ਸਤਿ ਸ਼੍ਰੀ ਅਕਾਲ ਜੀ। ਪੰਜਾਬ ਟੁਡੇ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਸਾਡੇ ਐਕਸਕਲੂਸਿਵ ਸ਼ੋ ਇਨਸਾਈਟਸ ਵਿਦ ਵਿਸ਼ਾਲ ਸੂਦ ਦੇ ਵਿੱਚ। ਸੋ ਹਰ ਵਾਰ ਦੀ ਤਰ੍ਹਾਂ ਸ਼ੁਰੂਆਤ ਕਰਾਂਗੇ ਪੰਜਾਬ ਦੀਆਂ ਮੁੱਖ ਖਬਰਾਂ ਤੋਂ। ਸਾਡੇ ਨਾਲ ਮੌਜੂਦ ਨੇ ਫਾਊਂਡਰ ਐਂਡ CEO ਆਫ ਪੰਜਾਬ ਟੁਡੇ ਚੈਨਲ ਵਿਸ਼ਾਲ ਸੂਦ ਸਰ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਗੁਰਲੀਨ ਸਰ, ਪੰਜਾਬ ਦੇ ਵਿੱਚ ਨੌਲੇਜ ਸ਼ੇਅਰਿੰਗ ਐਗਰੀਮੈਂਟ ਦਿੱਲੀ ਦੇ ਨਾਲ ਐਗਰੀਮੈਂਟ ਇਤਿਹਾਸਿਕ ਐਗਰੀਮੈਂਟ ਸਾਈਨ ਹੋਇਆ ਸੀਐਮ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦੇ ਵਿੱਚ, ਜਿਸ ਵਿੱਚ ਪਬਲਿਕ ਵੈਲਫੇਅਰ ਪ੍ਰੋਗਰਾਮਸ ਦੇ ਫਾਰਮੂਲੇਸ਼ਨ ਤੇ ਇੰਪਲੀਮੈਂਟੇਸ਼ਨ ਦੀ ਗੱਲ ਹੋਏਗੀ। ਸਰ, ਇਹ ਇਤਿਹਾਸਿਕ ਐਗਰੀਮੈਂਟ ਕਿੰਨਾ ਕੁ ਕਾਰਜਸ਼ੀਲ ਸਾਬਤ ਹੋਊਗਾ, ਫ੍ਰੀ ਫਲੋ ਆਫ ਆਈਡੀਆ ਜਿਹਦੇ ਨਾਲ ਗਰੋਥ ਐਂਡ ਡਿਵੈਲਪਮੈਂਟ ਹੋਊਗੀ ਦੋਨੋਂ ਸਟੇਟਸ ਦੀ? ਦੇਖੋ, ਇੱਕ ਯੂਨੀਕ ਇਨੀਸ਼ੀਏਟਿਵ ਹੈ। ਆਲਦੋ ਇੰਡੀਆ ਇਜ਼ ਵਨ ਕੰਟਰੀ, ਸਿੰਗਲ ਸਿਟੀਜ਼ਨਸ਼ਿਪ ਹੈ। ਨੌਲੇਜ ਸ਼ੇਅਰਿੰਗ ਪਲੇਟਫਾਰਮ ਜੇ ਬਣਾਏ ਜਾਣ ਸਾਰੇ ਬੈਨੀਫਿਟ ਕਰਦੇ ਨੇ, ਐਵਰੀਵਨ ਬੈਨੀਫਿਟਸ ਫਰੋਮ ਇਟ। ਹਾਲਾਂਕਿ ਓਪੋਜੀਸ਼ਨ ਦਾ ਵਿਊ ਆ ਕਿ ਇਟ ਇਜ਼ ਬੇਸਿਕਲੀ ਤੁਸੀਂ ਇੱਕ ਬੈਕਡੋਰ ਐਂਟਰੀ ਟੂਵਰਡਸ ਦੀ ਇੰਟਾਇਰ ਐਡਮਿਨਿਸਟ੍ਰੇਸ਼ਨ ਤੁਸੀਂ ਦਿੱਲੀ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਨੇ ਉਹਨਾਂ ਨੂੰ ਫੜਾਤੀ ਹੈ ਥਰੂ ਥੀਸ ਐਗਰੀਮੈਂਟਸ। ਉਹਨਾਂ ਦਾ ਇਹ ਐਕਿਊਜ਼ੀਸ਼ਨ ਹੈ ਸ਼੍ਰੋਮਣੀ ਅਕਾਲੀ ਦਲ ਦੀ, ਕਾਂਗਰਸ ਦੀ, ਸਾਰੇ ਪਾਰਟੀਆਂ ਦਾ ਹੈ ਵਾ ਕਿ ਤੁਸੀਂ ਕੀ ਕਰਦੇ ਪਏ ਹੋ ਕਿ ਬਈ ਪੰਜਾਬ ਸਟੇਟ ਨੂੰ ਚਲਾਉਣ ਦਾ ਓਫੀਸ਼ੀਅਲੀ ਸਾਰਾ ਇਸ MOU ਦੇ ਥਰੂ ਯੂ ਆਰ ਹੈਂਡਿੰਗ ਇਟ ਓਵਰ ਟੂ ਦਿੱਲੀ। ਬਟ ਬਿਫੋਰ ਕਨਕਲੂਡਿੰਗ ਐਵਰੀਥਿੰਗ ਆਪਾਂ ਨੂੰ ਇੱਕ ਵਾਰੀ ਇਹਦੀ MOU ਦੀ ਡਿਟੇਲਸ ਪੜ੍ਹਨੀਆਂ ਪੈਣਗੀਆਂ। ਪ੍ਰੋਬਬਲੀ ਕੱਲ੍ਹ ਜਾਂ ਪਰਸੋਂ ਤੱਕ ਜਦੋਂ ਵੀ ਸਾਨੂੰ ਡਾਕੂਮੈਂਟ ਮਿਲੇ ਉਹਨੂੰ ਚੰਗੀ ਤਰ੍ਹਾਂ ਪੜ੍ਹ ਕੇ ਅਸੀਂ ਦੱਸ ਸਕਦੇ ਹਾਂ ਕਿ ਇਹ ਐਕਚੁਅਲ ਐਗਰੀਮੈਂਟ ਹੈ ਕੀ। ਔਨ ਦੀ ਸਰਫੇਸ ਨੌਲੇਜ ਸ਼ੇਅਰਿੰਗ ਹਮੇਸ਼ਾ ਹੀ ਬੈਨੀਫਿਟ ਕਰਦੀ ਹੈ। ਜੇ ਉੱਥੇ ਕੋਈ ਬੈਸਟ ਪ੍ਰੈਕਟਿਸਿਸ ਨੇ ਉਹ ਕਰੋ, ਰਾਈਟ। ਅਤੇ ਸਿਰਫ ਦਿੱਲੀ ਨਾਲ ਕਿਉਂ, ਆਪਾਂ ਕੱਲ੍ਹ ਵੀ ਗੱਲ ਕਹੀ ਸੀ, ਜਿੱਥੇ ਵੀ ਤੁਹਾਨੂੰ ਬੈਸਟ ਪ੍ਰੈਕਟਿਸ ਮਿਲਦੀ ਆ, ਅਗੇਨ ਇਟ ਸ਼ੁੱਡ ਨਾਟ ਬੀ। ਹੁਣ ਬੇਸਿਕਲੀ ਇਸ ਤਰ੍ਹਾਂ ਲੱਗਦਾ ਪਿਆ ਹੈ ਕਿ ਜਿਵੇਂ ਦਿੱਲੀ 'ਚ ਸਭ ਕੁਛ ਪਰਫੈਕਟ ਹੋ ਰਿਹਾ ਸੀ, ਦੁਨੀਆ ਦਾ ਸਭ ਤੋਂ ਬੈਸਟ ਮਾਡਲ ਹੀ ਦਿੱਲੀ ਚੱਲਦਾ ਪਿਆ ਹੈ ਅਤੇ ਹੁਣ ਉਹ ਸਿੱਖ ਲੈਣਾ ਚਾਹੀਦਾ। ਅਤੇ ਫਿਰ ਤਾਂ ਮੈਂ ਕਹਿੰਦਾ ਬਾਕੀ ਸਰਕਾਰਾਂ ਵੀ ਸਿੱਖ ਲੈਣ ਜੇ ਦਿੱਲੀ ਦਾ ਮਾਡਲ ਸੀ, ਅਤੇ ਆਪਾਂ ਦਿੱਲੀ ਸਰਕਾਰ ਦੇ ਨਾਲ ਯੂਰਪੀਅਨ ਕੰਟਰੀਜ਼ ਵੀ ਸਾਈਨ ਆਫ ਕਰਨ। ਅੱਜ ਜਿਹੜੇ ਯੂਰਪੀਅਨ ਯੂਨੀਅਨ ਦੇ ਵੀ ਪ੍ਰਧਾਨ ਇੱਥੇ ਆਏ ਸੀ ਅਤੇ ਉਹ ਵੀ ਕੁਛ ਸਿੱਖ ਲੈਣ ਜੇ ਅਰਵਿੰਦ ਕੇਜਰੀਵਾਲ ਤੋਂ, ਤਾਂ ਬਹੁਤ ਵਧੀਆ ਹੋਏਗਾ। ਉਹ ਵੀ ਆਪਣੇ ਯੂਰਪ ਨੂੰ ਥੋੜ੍ਹਾ ਜਿਹਾ ਬੈਟਰ ਬਣਾ ਸਕਦੇ ਨੇ। ਅਤੇ ਇਹ ਸਾਰੀਆਂ ਚੀਜ਼ਾਂ ਨਾ ਇਹਦੇ ਵਿੱਚ ਪੰਜਾਬ ਦੇ ਹਿੱਤਾਂ ਦਾ ਨੁਕਸਾਨ ਨਾ ਹੋਵੇ। ਦੈਟ ਇਜ਼ ਦੀ ਓਨਲੀ ਥਿੰਗ ਵੀ ਸ਼ੁੱਡ ਬੀ ਕੇਅਰਫੁਲ ਅਤੇ ਆਪਣੀ ਨਜ਼ਰ ਰੱਖਣੀ ਚਾਹੀਦੀ ਹੈ। ਦਿੱਲੀ ਨਾਲ ਤੁਸੀਂ MOU ਕਰੋ, ਕੋਲੈਬੋਰੇਸ਼ਨ ਵਧੀਆ ਹੈ, ਆਪਾਂ ਬਾਰ-ਬਾਰ ਕਹਿ ਰਹੇ ਹਾਂ, ਪਰ ਕੋਲੈਬੋਰੇਸ਼ਨ ਸਿਰਫ ਇੱਕੋ ਹੀ ਸਟੇਟ ਨਾਲ, ਕਿਉਂਕਿ ਤੁਹਾਡੇ ਜਿਹੜੇ ਪਾਰਟੀ ਦੇ ਹਾਈ ਕਮਾਂਡ ਦੇ ਨੇਤਾ ਨੇ ਉਹ CM ਨੇ। ਹੁਣ ਤੁਸੀਂ ਇਹ ਪ੍ਰੂਵ ਕਰਨਾ ਚਾਹੁੰਦੇ ਹੋ ਕਿ ਉਹਨਾਂ ਨੇ ਤਾਂ ਸਭ ਕੁਛ ਹੀ ਪਰਫੈਕਟ ਕਰ ਰੱਖਿਆ। ਇਹ ਚੀਜ਼ ਹੁਣ ਉਹ ਕਹਿੰਦੇ ਜੀ R&D ਰਿਸਰਚ ਐਂਡ ਡਿਵੈਲਪਮੈਂਟ ਅਸੀਂ ਕਰਾਂਗੇ। ਦਿੱਲੀ ਦੇ ਵਿੱਚ ਅੰਡਰ ਦੀ ਕੇਜਰੀਵਾਲ ਗੌਰਮੈਂਟ ਕਿਹੜੀ ਰਿਸਰਚ ਐਂਡ ਡਿਵੈਲਪਮੈਂਟ ਵੱਖਰੀ ਹੋਈ ਆ, ਜਿਹਨੇ ਪੇਟੈਂਟਸ ਆਏ ਨੇ ਜਾਂ ਜਿਹਨੇ ਟਰਾਂਸਫੋਰਮੇਸ਼ਨ ਕੀਤੀ ਹੈ ਸਾਡੀ ਸੁਸਾਇਟੀ ਦੀ। ਆਪਾਂ ਨੂੰ ਆਇਡੈਂਟੀਫਾਈ ਕਰੀਏ ਕਿਹੜੇ ਏਰੀਏ ਨੇ, ਉਹਦੇ ਬੇਸਿਸ 'ਤੇ ਚੱਲੀਏ। ਅਤੇ ਠੀਕ ਹੈ, ਇਟ ਸ਼ੁੱਡ ਬੀ ਵਨ MOU ਅਮੰਗ ਅਦਰਸ। ਇਹਨੂੰ ਬਹੁਤ ਜ਼ਿਆਦਾ ਹਾਈਲਾਈਟ ਨਾ ਕਰੇ ਪੰਜਾਬ ਗੌਰਮੈਂਟ 'ਤੇ ਵੀ, ਅਦਰਵਾਈਜ਼ ਤੁਸੀਂ ਖੁਦ ਹੀ ਕੁਐਸਚਨ ਇਨਵਾਈਟ ਕਰਦੇ ਪਏ ਹੋ। ਹਰ ਚੀਜ਼ ਅਸੀਂ ਦਿੱਲੀ ਸਿੱਖਣ ਚਲੇ ਗਏ ਹਾਂ, ਹਰ ਚੀਜ਼ ਅਸੀਂ ਦਿੱਲੀ ਸਿੱਖਣ ਚਲੇ ਗਏ ਹਾਂ। ਪੂਰੀ ਦੁਨੀਆ ਪਈ ਹੈ, ਰਾਈਟ। ਤੁਸੀਂ ਹਰ ਥਾਂ 'ਤੇ ਜਾਓ, ਲਰਨ ਦੀ ਬੈਸਟ ਪ੍ਰੈਕਟਿਸਿਸ। ਜੇ ਤੁਸੀਂ ਇੱਕ ਚੀਜ਼ ਨੂੰ ਜ਼ਿਆਦਾ ਹਾਈਲਾਈਟ ਕਰੋਗੇ ਉਹ ਲੋਕ ਨੈਚੁਰਲੀ ਕੁਐਸਚਨ ਕਰਨਗੇ। ਅਤੇ ਮੈਨੂੰ ਇਹ ਲੱਗਦਾ ਕਿ MOU ਦੀ ਡਿਟੇਲ ਸਾਰਿਆਂ ਨੂੰ ਪੜ੍ਹਨੀ ਚਾਹੀਦੀ ਹੈ। ਓਪੋਜੀਸ਼ਨ ਪਾਰਟੀਜ਼ ਨੇ ਤਾਂ ਵਾਰ ਫਰੰਟ ਖੋਲ੍ਹਤਾ, ਉਹਨਾਂ ਨੂੰ ਤਾਂ ਬਣਨਾ ਚਾਹੀਦਾ ਰਾਈਟ। ਕਿ ਤੁਸੀਂ ਤਾਂ ਸਾਰਾ ਕੁਛ ਹੀ ਬੇਸਿਕਲੀ ਇਹ ਹਿਸਟੋਰੀਕਲ ਉਸ ਇਵੈਂਟ ਨਾਲ ਰਿਲੇਟ ਕੀਤਾ ਜਾ ਰਿਹਾ ਕਿ ਬਈ ਸਟੇਟ ਕਿਵੇਂ ਚਲਾਉਣੀ ਹੈ। ਯੂ ਆਰ ਇਨਵਾਈਟਿੰਗ ਬ੍ਰਿਟਿਸ਼ ਟੂ ਰਨ ਦੀ ਸਟੇਟ, ਜਿਵੇਂ ਲਾਹੌਰ ਦੇ ਵਿੱਚ ਟਰੀਟੀ ਸਾਈਨ ਹੋਈ ਸੀ, ਉਹਦੇ ਨਾਲ ਰਿਲੇਟ ਕਰਦੇ ਪਏ ਨੇ। ਬਟ ਅਗੇਨ ਵਿਦਇਨ ਇੰਡੀਆ 2 ਸਟੇਟਸ ਦੇ ਵਿੱਚ MOU ਹੋਇਆ, ਇਟਸ ਅ ਗੁੱਡ ਥਿੰਗ। ਮੈਂ ਅਦਰਵਾਈਜ਼ ਇਹ ਬੁਰਾ ਇਨੀਸ਼ੀਏਟਿਵ ਨਹੀਂ ਹੈ। ਜੇ ਹੋਰ ਵੀ ਸਟੇਟਸ ਇੱਕ ਦੂਜੇ ਨਾਲ ਆਪਣੀ ਨੌਲੇਜ ਸ਼ੇਅਰ ਕਰਨ ਅਤੇ ਨੌਲੇਜ ਬੇਸ ਕ੍ਰੀਏਟ ਕਰਨ, ਜਿਹੜਾ ਸਾਰਿਆਂ ਵਿੱਚ ਸ਼ੇਅਰ ਹੋਵੇ, ਜਿਨ੍ਹਾਂ ਨੇ ਕੋਈ ਪ੍ਰੋਬਲਮ ਸੋਲਵ ਕੀਤੀ ਹੈ ਜਿਹੜੀ ਹੋਰ ਵੀ ਜਗ੍ਹਾ 'ਤੇ ਹੈ, ਦਿਸ ਕਾਈਂਡ ਆਫ MOU ਸ਼ੁੱਡ ਬੀ ਵਿਦ ਐਵਰੀਵਨ ਐਂਡ ਦੇ ਸ਼ੁੱਡ ਬੀ ਡਨ ਵਿਦ ਦੀ ਬੈਸਟ ਇਨ ਦੀ ਵਰਲਡ। ਵਾਈ ਨਾਟ ਜਸਟ ਬੈਸਟ ਅਰਾਊਂਡ ਯੂ ਜਾਂ ਬੈਸਟ ਅਮੰਗਸ ਦੀ ਆਮ ਆਦਮੀ ਪਾਰਟੀ। ਸਿਰਫ ਉਹ ਹੀ ਨਹੀਂ, ਬੈਸਟ MOU ਕਰੋ, ਬੈਸਟ ਪ੍ਰੈਕਟਿਸਿਸ ਲਿਆਓ, ਦਿੱਲੀ ਨੂੰ ਵੀ ਫਾਇਦਾ ਹੋਵੇ ਅਤੇ ਪੰਜਾਬ ਨੂੰ ਵੀ ਬੈਨੀਫਿਟ ਹੋਵੇ। ਅਤੇ ਰਾਈਟ ਨਾਓ ਇਸ MOU ਬਾਰੇ ਡਿਟੇਲ 'ਚ ਗੱਲ ਹਜੇ ਨਹੀਂ ਕੀਤੀ ਜਾ ਸਕਦੀ। ਇਟ ਵਿਲ ਬੀ ਇਰਰਿਸਪੋਂਸੀਬਲ। ਜੋ ਵਰੀਜ਼ ਨੇ, ਜੋ ਬੈਨੀਫਿਟ ਨੇ, ਉਹ ਆਪਾਂ ਡਿਸਕਸ ਕਰਦੇ ਨੇ ਕਿ ਕੀ ਹੋ ਸਕਦੇ ਨੇ। ਐਂਡ 'ਚ MOU ਇੰਪਲੀਮੈਂਟ ਕਿਵੇਂ ਹੁੰਦਾ ਹੈ, ਉਹਦੀਆਂ ਡਿਟੇਲਸ 'ਚ ਜਾਣਾ ਪਏਗਾ। ਕੰਟਰੋਲ 'ਚ ਕਿਧਰ ਹੈ? ਜੇ ਹਰ ਚੀਜ਼ ਤੁਸੀਂ ਇੱਕ ਕਮੇਟੀ ਬਣਾ ਦਿਓ, ਤੁਸੀਂ ਕੋਈ ਜੀ ਜੁਆਇੰਟ ਕਮੇਟੀ ਬਣੇਗੀ, ਉਹਦਾ ਕੋਈ ਚੇਅਰਮੈਨ ਹੋਏਗਾ, ਉਹ ਚੇਅਰਮੈਨ ਹੀ ਡਿਸਾਈਡ ਕਰੇਗਾ ਸਭ ਕੁਛ। ਸੇ ਬੇਸਿਕਲੀ ਤੁਸੀਂ ਇਹਦੇ ਥਰੂ ਕੀ ਕਰ ਸਕਦੇ ਹੋ? ਰਿਸਕ ਕੀ ਆ ਕਿ ਤੁਸੀਂ ਚੇਅਰਮੈਨ ਹਮੇਸ਼ਾ ਦਿੱਲੀ ਦਾ ਕੋਈ ਬੰਦਾ ਬਣਾ ਦਿਓ ਅਤੇ ਉਹ ਦਿੱਲੀ ਅਤੇ ਪੰਜਾਬ ਦੋਨਾਂ ਦੇ ਡਿਸੀਜ਼ਨ ਲੈਣ ਲੱਗ ਪਏ ਕਿ ਇਹ ਚੀਜ਼ਾਂ ਇੱਥੇ ਦੋਨੋਂ ਥਾਂ 'ਤੇ ਇੰਪਲੀਮੈਂਟ ਹੋਣਗੀਆਂ। ਇਸੇ ਚੀਜ਼ ਦੀ ਵਰੀ ਹੈ, ਉਹ ਡਿਟੇਲ 'ਚ ਪਤਾ ਲੱਗੇਗਾ ਕਿ ਇਹ ਹੁੰਦਾ ਪਿਆ ਕਿ ਨਹੀਂ ਹੁੰਦਾ ਪਿਆ। ਨੌਲੇਜ ਸ਼ੇਅਰਿੰਗ ਲਈ ਇਨੀਸ਼ੀਏਟਿਵ ਅੱਛਾ ਹੈ। ਨੌਲੇਜ ਸ਼ੇਅਰਿੰਗ ਤੇ ਇੱਕ ਉਹਦਾ ਪਾਰਟ ਹੈ, ਪਰ ਜੇ ਤੁਸੀਂ ਉਹਦੀ ਡਿਟੇਲ 'ਚ ਥੋੜ੍ਹਾ ਮਤਲਬ ਇਨਫੈਕਟ ਜਿਹੜਾ ਪ੍ਰੈਸ ਰਿਲੀਜ਼ ਵੀ ਹੋਇਆ ਉਹਦੇ 'ਚ ਇੰਪਲੀਮੈਂਟੇਸ਼ਨ ਦੀ ਵੀ ਗੱਲ ਹੈ ਜੀ। ਨੌਲੇਜ ਸ਼ੇਅਰਿੰਗ ਤੇ ਇੱਕ ਬੜੀ ਸੁਪਰਫਿਸ਼ੀਅਲ ਜੀ ਚੀਜ਼ ਹੈ ਨਾ, ਸਿਰਫ ਕਿ ਬਈ ਆਪਾਂ ਨੌਲੇਜ ਸ਼ੇਅਰ ਕਰਦੇ ਪਏ, ਬੈਸਟ ਪ੍ਰੈਕਟਿਸਿਸ ਵਾਸਤੇ ਪਏ।
ਬਟ ਜਦੋਂ ਪ੍ਰੋਜੈਕਟ ਦੀ ਇੰਪਲੀਮੈਂਟੇਸ਼ਨ ਹੋਣੀ ਆ, ਪ੍ਰੋਜੈਕਟ ਕਿੱਥੇ ਲੱਗਣਾ ਚਾਹੀਦਾ, ਕਿਹਨੂੰ ਮਿਲਣਾ ਚਾਹੀਦਾ, ਕਿਹੜੀ ਜਗ੍ਹਾ ਤੇ ਹੋਣਾ ਚਾਹੀਦਾ, ਉਹਦੇ ਬਾਰੇ ਵੀ ਡਿਸਕਸ਼ਨ ਹੈਗੀ ਹੈ ਨਾ ਕਿ ਆਪਾਂ ਜੁਆਇੰਟਲੀ ਪ੍ਰੋਜੈਕਟ ਬਣਾਵਾਂਗੇ। ਦੈਟ ਇਜ਼ ਉਹ ਹੁਣ ਕਿਵੇਂ ਹੋਏਗਾ ਕਿ ਉਹਦੇ ਰਿਸੋਰਸਿਸ ਕਿਵੇਂ ਪੂਲ ਹੋਇਆ ਕਰਨਗੇ, ਉਹਦਾ ਡਿਸੀਜਨ ਕਿਹਦੇ ਹੱਥ ਵਿੱਚ ਹੋਏਗਾ, ਉਸ ਕਮੇਟੀ ਦੇ ਚੇਅਰਮੈਨ ਕੌਣ ਬਣਿਆ ਕਰਨਗੇ, ਇਹ ਸਾਰੀਆਂ ਚੀਜ਼ਾਂ ਡਿਸਾਈਡ ਕਰਨਗੀਆਂ ਕਿ ਅਸਲ 'ਚ ਹੋਇਆ ਕੀ ਆ। ਸਰ ਇਹ ਤਾਂ ਸਟੇਟ ਨੌਲੇਜ ਸ਼ੇਅਰਿੰਗ ਤੇ ਮਿਊਚੁਅਲ ਬੈਨੀਫਿਟ ਦੀ ਗੱਲ ਹੋ ਗਈ ਹੈ। ਜੇ ਆਪਾਂ ਓਵਰਆਲ ਨੇਸ਼ਨ ਡਿਵੈਲਪਮੈਂਟ ਦੀ ਗੱਲ ਕਰਦੇ ਹਾਂ ਤੇ ਇਹ ਜਿਹੜਾ ਸਟੇਟ ਨੈਸ਼ਨਲ ਰਿਲੇਸ਼ਨਸ਼ਿਪ ਹੈ, ਸਟੇਟ ਸੈਂਟਰ ਰਿਲੇਸ਼ਨਸ਼ਿਪ ਆਪਾਂ ਜਿਹਨੂੰ ਕਹੀਏ, ਇਹ ਕਿੰਨਾ ਕੁ ਵੱਡਾ ਹਿੱਸਾ ਪਾ ਸਕਦਾ ਓਵਰਆਲ ਡਿਵੈਲਪਮੈਂਟ ਦੇ? ਇਹ ਤਾਂ ਸਭ ਤੋਂ ਇੰਪੋਰਟੈਂਟ ਪਾਰਟ ਹੈ। ਦੇਖੋ ਆਪਾਂ ਅੱਗੇ ਵੀ ਗੱਲ ਕੀਤੀ ਹੈ, ਵਿਦ ਦੀ ਕਰੰਟ ਸਟਰਕਚਰ ਸਟੇਟ ਕੈਨ ਨਾਟ ਗਰੋ ਵਿਦਆਊਟ ਦੀ ਹੈਲਪ ਆਫ ਸੈਂਟਰ। ਤੇ ਭਗਵੰਤ ਮਾਨ ਜੀ ਜਦੋਂ ਦਿੱਲੀ ਗਏ ਸੀ, ਉਹ ਸੈਂਟਰਲ ਪਾਵਰ ਮਿਨਿਸਟਰ ਨੂੰ ਵੀ ਮਿਲ ਕੇ ਆਏ, ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਅਸ਼ੋਰੈਂਸ ਵੀ ਮਿਲੀ ਆ। ਦੇਖੋ ਨੈਸ਼ਨਲ ਗਵਰਨਮੈਂਟ ਦੇ ਨਾਲ ਤੁਹਾਡੇ ਪੋਜ਼ਿਟਿਵ ਰਿਲੇਸ਼ਨ ਬਹੁਤ ਜ਼ਰੂਰੀ ਨੇ ਤੇ ਪੰਜਾਬ ਗਵਰਨਮੈਂਟ ਦਾ ਫੋਕਸ ਹੋਣਾ ਚਾਹੀਦਾ ਉਹ ਰਿਲੇਸ਼ਨ ਪੋਜ਼ਿਟਿਵ ਰੱਖਣ। ਆਮ ਆਦਮੀ ਪਾਰਟੀ ਦੇ ਜੋ ਵੀ ਪੋਲੀਟੀਕਲ ਗੋਲ ਹੈ ਪੂਰੇ ਕਰੋ, ਤੁਸੀਂ ਸਪਰੈਡ ਕਰੋ, ਤੁਸੀਂ ਗਵਰਨਮੈਂਟ ਦੀ ਪਾਲਿਸੀ ਦੇ ਖਿਲਾਫ ਬੋਲੋ, ਬਟ ਪੰਜਾਬ ਗਵਰਨਮੈਂਟ ਨੂੰ ਇਨਸ਼ੋਰ ਕਰਨਾ ਕਿ ਇਟ ਸ਼ੁਡ ਨਾਟ ਕਮ ਐਟ ਦੀ ਕਾਸਟ ਆਫ ਪੰਜਾਬਸ ਇੰਟਰਸਟ। ਉਹ ਆਪਣਾ ਰਿਲੇਸ਼ਨ ਉਹਨੂੰ ਡੀਹਾਈਫਨੇਟ ਕਰ ਦੇਣ। ਤੇ ਸੈਂਟਰਲ ਗਵਰਨਮੈਂਟ ਦਾ ਵੀ ਐਫ ਹੋਣਾ ਚਾਹੀਦਾ ਕਿ ਬਈ ਆਮ ਆਦਮੀ ਪਾਰਟੀ ਜੋ ਮਰਜ਼ੀ ਕਵੇ, ਪੰਜਾਬ ਦੇ ਜੋ ਹੱਕ ਬਣਦੇ ਨੇ ਉਹ ਪੰਜਾਬ ਨੂੰ ਮਿਲਦੇ ਰਹਿਣ। ਤੇ ਇਹ ਮੇਰੇ ਖਿਆਲ 'ਚ ਦਿੱਲੀ ਪੰਜਾਬ ਦੇ ਰਿਲੇਸ਼ਨ ਤੋਂ ਕਿਤੇ ਜ਼ਿਆਦਾ ਇੰਪੋਰਟੈਂਟ ਹੋਏਗਾ ਦਿੱਲੀ ਦੀ ਸਰਕਾਰ ਤੇ ਪੰਜਾਬ ਦੇ ਵਿੱਚ ਰਿਲੇਸ਼ਨ। ਇਹ ਜਿਹੜਾ MOU ਆ, ਜੇ ਤੁਸੀਂ ਇਹ ਚਾਹੁੰਦੇ ਹੋ ਕਿ ਇਹਦਾ ਕੰਪੈਰੀਜ਼ਨ ਕਰੀਏ ਵਿਦ ਸੈਂਟਰਲ ਗਵਰਨਮੈਂਟ ਐਂਡ ਪੰਜਾਬ ਰਿਲੇਸ਼ਨ, ਦੇ ਆਰ ਫਾਰ ਇੰਪੋਰਟੈਂਟ। ਦਿਸ ਇਜ਼ ਜਸਟ ਅ ਡਾਕੂਮੈਂਟ, ਇਹਦਾ ਫਰੇਮਵਰਕ ਨਹੀਂ ਹੈ। ਇਹ ਤੇ ਬਾਅਦ 'ਚ ਪਤਾ ਲੱਗੇਗਾ। ਅੱਜ ਦੀ ਡੇਟ 'ਚ ਜਿਹੜੀ ਸੈਂਟਰਲ ਸਕੀਮਸ ਨੇ ਉਹ ਆਪਣੀ ਸਟੇਟ ਤੱਕ ਲੈ ਕੇ ਆਉਣਾ, ਠੀਕ ਹੈ, ਆਪਣੇ ਐਕਸਪੈਂਸਿਸ ਜਾਂ ਤੁਹਾਨੂੰ ਵੈਸੇ ਹੀ ਆਪਾਂ ਕਰਜ਼ ਦੇ ਅੰਦਰ ਆਪਾਂ 50,000 ਕਰੋੜ ਦੇ ਪਹਿਲੇ ਹਫਤੇ 'ਚ ਹੀ ਭਗਵੰਤ ਮਾਨ ਜੀ ਨੇ ਸੈਂਟਰਲ ਗਵਰਨਮੈਂਟ ਨੂੰ ਕਿਹਾ ਸੀ। ਉਹਦੇ ਲਈ ਲੌਬਿੰਗ ਕਰਨੀ ਪੈਂਦੀ ਆ, ਆਪਣੇ ਪਲਾਨ ਦੇਣੇ ਪੈਂਦੇ ਆ। ਯੂ ਹੈਵ ਟੂ ਵਿਨ ਅਲਟੀਮੇਟਲੀ। ਤੇ ਲੋਕੀ ਬੈਠੇ ਨੇ ਨਾ, ਲੋਕਾਂ ਦੇ ਨਾਲ ਪੋਜ਼ਿਟਿਵ ਰਿਲੇਸ਼ਨ ਬਣਾਉਣੇ ਪੈਂਦੇ ਆ ਕਿ ਵੀ ਦਿਸ ਇਜ਼ ਦੀ ਇੰਟਰਸਟ ਆਫ ਮਾਈ ਸਟੇਟ। ਤੁਹਾਡੀ ਪੈਸ਼ਨ, ਜਿਹੜੀ ਤੁਹਾਡੀ ਆਪਣੀ ਸਟੇਟ ਲਈ ਪੈਸ਼ਨ ਹੋਏਗੀ ਕਿ ਵੀ ਮੈਂ ਆਪਣੇ ਸਟੇਟ ਨੂੰ ਟਰਾਂਸਫਾਰਮ ਕਰਨਾ, ਜਿਹੜੀ ਸੈਂਟਰਲ ਗਵਰਨਮੈਂਟ ਉਹ ਪੂਰੇ ਦੇਸ਼ ਦੇ ਪ੍ਰੋਗਰੈਸ ਲਈ ਬੈਠੀ ਹੋਈ ਹੈ, ਉਹ ਵੀ ਰਿਲੇਟ ਕਰਨਗੇ। ਤੇ ਇਸ ਕਰਕੇ ਇਹ ਚੀਜ਼ਾਂ ਜ਼ਿਆਦਾ ਪ੍ਰਾਇੋਰਟੀ ਬਣਨੀਆਂ ਚਾਹੀਦੀਆਂ। ਸਰ ਇਸ ਤੋਂ ਇਲਾਵਾ ਕੱਲ੍ਹ ਹੀ ਅਸੀਂ ਗੱਲ ਕਰ ਰਹੇ ਸੀਗੇ ਕਾਂਗਰਸ ਦੇ ਵਿੱਚ ਇੰਟਰਨਲ ਡਿਸਪਿਊਟਸ ਜੋ ਚੱਲਦੇ ਰਹਿੰਦੇ ਨੇ। ਸਾਬਕਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ 2 ਸਾਲ ਲਈ ਪਾਰਟੀ ਤੋਂ ਮੁਅੱਤਲ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ। ਦੇਖੋ ਗੁਰਲੀਨ, ਮੈਂ ਥੋੜਾ ਕਰੈਕਟ ਕਰਨਾ ਚਾਹੂੰਗਾ। ਆਪਾਂ ਕੱਲ ਕਰਦੇ ਪਏ ਸੀ, ਕੱਲ ਵੀ ਕਰਦੇ ਪਏ ਸੀ ਜੀ। ਕਾਂਗਰਸ ਦੇ ਵਿੱਚ ਇੰਟਰਨਲ ਡਿਸਪਿਊਟ ਹਮੇਸ਼ਾ ਡਿਸਕਸ ਹੁੰਦੇ ਰਹੇ ਨੇ ਤੇ ਉਹ ਜੋ ਉਹਨਾਂ ਦਾ ਸਟਰਕਚਰ ਹੈ ਉਹ ਰਹਿਣਗੇ, ਕਿਉਂਕਿ ਹਰ ਕੋਈ ਹਾਈ ਕਮਾਂਡ ਦੀ ਗੁੱਡ ਬੁੱਕਸ 'ਚ ਆਉਣਾ ਚਾਹੁੰਦਾ ਹੈ। ਹੁਣ 15 ਤਰੀਕ ਨੂੰ ਆਲਰੇਡੀ ਆਪਾਂ ਜਿਵੇਂ ਕੱਲ ਆਪਣੇ ਨਵਜੋਤ ਸਿੰਘ ਸਿੱਧੂ ਜੀ ਦੀ ਗੱਲ ਕਰਦੇ ਪਏ ਸੀ ਦੈਟ ਹਾਊ ਹੀ ਇਜ਼ ਨਾਟ ਹੈਪੀ ਵਿਦ ਦੀ ਲੀਡਰਸ਼ਿਪ। 15 ਅਪ੍ਰੈਲ ਨੂੰ ਉਹ ਪੰਚਕੂਲਾ ਦੇ ਉਹਨਾਂ ਦੇ ਰੈਜ਼ੀਡੈਂਸ ਜਾ ਕੇ ਜਾਖੜ ਸਾਹਿਬ ਨੂੰ ਮਿਲ ਕੇ ਆਏ ਸੀ। ਉਹਨਾਂ ਨੂੰ ਕਿਹਾ ਸੀ ਕਿ ਯੂ ਆਰ ਨਾਟ ਬੀਇੰਗ ਟ੍ਰੀਟਡ ਵੈਲ। ਤੇ ਤਾਂ ਮਤਲਬ ਇੱਕ ਗਰੁੱਪ ਤੇ ਬਣਿਆ ਹੀ ਹੋਇਆ। ਜਿਹੜੀ ਕਰੰਟ ਰਿਸਪੌਂਸਿਬਿਲਿਟੀ ਆ ਉਹ ਰਾਜਾ ਵੜਿੰਗ ਜੀ ਨੂੰ ਮਿਲੀ ਹੋਈ ਹੈ ਇਸ ਪ੍ਰਧਾਨ ਦੀ। ਸੋ ਕਲੀਅਰਲੀ ਸਮ ਸੀਨੀਅਰ ਲੀਡਰਸ ਆਰ ਨਾਟ ਹੈਪੀ। ਐਕਸ MLAs ਜਿਹੜੇ ਕਾਂਗਰਸ ਦੇ ਲੀਡਰ ਨੇ, ਭਾਵੇਂ ਨਹੀਂ ਜਿੱਤੇ, ਕਾਂਗਰਸ ਦੇ ਜ਼ਿਆਦਾ ਲੋਕੀ ਜਿੱਤੇ ਹੀ ਨਹੀਂ, ਦੇ ਆਰ ਨਾਟ ਹੈਪੀ ਵਿਦ ਇਟ। ਤੇ ਇਸ ਕਰਕੇ ਇਹ ਇੰਪੋਰਟੈਂਟ ਹੈ, ਕ੍ਰਿਟੀਕਲ ਪਾਰਟ ਹੋ ਜਾਂਦਾ ਹੈ ਕਿ ਬਈ ਜਿਹੜੇ ਲੀਡਰ ਰਿਪਰੈਜ਼ੈਂਟ ਕਰਦੇ ਨੇ ਕੁਝ ਵੈਲਿਊ ਸਿਸਟਮ। ਹੁਣ ਦੇਖੋ ਜੋ ਜਾਖੜ ਜੀ ਨੇ ਬਿਆਨ ਦਿੱਤਾ ਸੀ ਕਿ ਮੈਨੂੰ ਹਿੰਦੂ ਹੋਣ ਕਾਰਨ CM ਦਾ ਮੌਕਾ ਨਹੀਂ ਮਿਲਿਆ, ਹਾਲਾਂਕਿ ਲੋਕੀ ਮੈਨੂੰ CM ਬਣਾਉਣਾ ਚਾਹੁੰਦੇ ਸੀ। ਉਹਨੇ ਕਾਂਗਰਸ ਨੂੰ ਬੜੇ ਤਗੜੇ ਬੈਕਫੁੱਟ ਤੇ ਨੈਸ਼ਨਲ ਲੈਵਲ ਤੇ ਖੜਾ ਕਰਤਾ ਜੀ। ਹੁਣ ਐਨੀਵੇ ਹੀ ਹੈਜ਼ ਨਾਟ ਸਟੂਡ ਫॉर द ਇਲੈਕਸ਼ਨਸ। ਹੁਣ ਉਹਨਾਂ ਦਾ ਜਿਹੜਾ ਭਤੀਜਾ ਹੈ ਉਹ ਬੇਸਿਕਲੀ MLA ਹੈ ਕਾਂਗਰਸ ਦਾ। ਹੀ ਹੈਜ਼ ਆਲਸੋ ਰੇਜ਼ਡ ਹਿਸ ਵੌਇਸ ਅਗੇਂਸਟ ਕਿ ਬਈ ਜਾਖੜ ਸਾਹਿਬ ਹੂ ਹੈਜ਼ ਬੀਨ ਅ ਲਾਈਫ ਲੌਂਗ ਕਾਂਗਰਸਮੈਨ, ਦ ਫੈਮਿਲੀ ਹੈਜ਼ ਬੀਨ ਇਨਟੂ ਕਾਂਗਰਸ ਫੋਲਡ ਫॉर ਸੋ ਮੈਨੀ ਜਨਰੇਸ਼ਨਸ, ਤੁਸੀਂ ਉਹਨਾਂ ਨੂੰ ਮਿਸਟ੍ਰੀਟ ਕਰਦੇ ਪਏ ਹੋ। ਜਿਹੜੇ ਕਾਂਗਰਸ ਦੇ ਲੀਡਰ ਕਾਂਗਰਸ ਦੇ ਅਗੇਂਸਟ ਕੈਂਪੇਨ ਕਰਦੇ ਰਹੇ, ਭਾਵੇਂ ਪਟਿਆਲਾ 'ਚ ਕੀਤੀ, ਭਾਵੇਂ ਹੋਰ ਥਾਂ ਤੇ ਕੀਤੀ, ਉਹਨਾਂ ਦੇ ਖਿਲਾਫ ਕੋਈ ਲੈਟਰ ਨਹੀਂ ਆਈ। ਬਟ ਜਾਖੜ ਜੀ ਦੇ ਖਿਲਾਫ ਲੈਟਰ ਆਈ ਹੈ ਬਿਕੋਜ਼ ਹੀ ਮੇਡ ਸਮ ਪੁਆਇੰਟਸ ਵਿਚ ਮੇਡ ਦੀ ਪੀਪਲ ਐਟ ਦੀ ਟੌਪ ਅਨਕੰਫਰਟੇਬਲ। ਜਿਹਨੇ ਗਾਂਧੀ ਫੈਮਿਲੀ ਨੂੰ ਅਨਕੰਫਰਟੇਬਲ ਕੀਤਾ, ਉਹਨਾਂ ਨੇ ਉਹ ਕੁਐਸਚਨ ਰੇਸ ਕੀਤੇ, ਇਸ ਕਰਕੇ ਉਹਨਾਂ ਤੇ ਐਕਸ਼ਨ ਕੀਤਾ ਗਿਆ। ਤੇ ਇਹ ਕਾਂਗਰਸ ਦਾ ਮੈਂ ਕਹੂੰਗਾ ਦੁਰਭਾਗਿਆ ਹੀ ਹੈ ਕਿ ਤੁਸੀਂ ਆਪਣੇ ਜਿਹੜੇ ਸੀਨੀਅਰ, ਜਿਨ੍ਹਾਂ ਦੀ ਇੱਕ ਪਬਲਿਕ 'ਚ ਰਿਸਪੈਕਟ ਹੈ, ਹੂ ਹੈਜ਼ ਬੀਨ ਅ ਵੈਲ ਵਿਸ਼ਰ, ਉਹ ਤੁਹਾਨੂੰ ਕੀ ਲੱਗਦਾ ਕਿ ਜੇ ਉਹ ਖੜਾ ਹੋਣਾ ਚਾਹੁੰਦੇ ਤੇ ਉਹਨਾਂ ਨੂੰ BJP ਵੱਲੋਂ ਜਾਂ ਹੋਰ ਪਾਰਟੀਆਂ ਵੱਲੋਂ ਟਿਕਟਾਂ ਨਹੀਂ ਮਿਲਣੀਆਂ ਸੀ? ਹੀ ਵੁੱਡ ਹੈਵ ਗੋਟਨ ਇਟ ਵੈਰੀ ਈਜ਼ੀਲੀ। ਤੇ ਇਹੋ ਜਿਹੇ ਅਸੈਟਸ ਨੂੰ ਲੂਜ਼ ਕਾਂਗਰਸ ਨਾ ਕਰੇ ਤੇ ਉਹਨਾਂ ਲਈ ਚੰਗਾ ਹੈ। ਤੇ ਇਹ ਹੁਣ ਮੈਚਿਓਰਿਟੀ ਦਿਖਾਏਗਾ ਉਹਨਾਂ ਦੀ ਕਰੰਟ ਪਾਰਟੀ ਲੀਡਰਸ਼ਿਪ ਦੀ, ਸੈਂਟਰ ਤੇ ਵੀ ਪੰਜਾਬ ਤੇ ਵੀ। ਸੈਂਟਰ ਦੀ ਲੀਡਰਸ਼ਿਪ ਦੀ ਮੈਚਿਓਰਿਟੀ ਤਾਂ ਸਾਨੂੰ ਪਤਾ ਹੈ, ਉਹਨਾਂ ਦੇ ਕੀ ਗੋਲ ਨੇ, ਵੀ ਨੋ ਦੈਟ। ਹੁਣ ਰਾਜਾ ਵੜਿੰਗ ਇਹ ਸਿਚੁਏਸ਼ਨ ਨੂੰ ਕਿਵੇਂ ਹੈਂਡਲ ਕਰਦੇ ਨੇ, ਉਹ ਇਸ ਵੇਲੇ ਐਗਜ਼ਾਮਪਲ ਸੈੱਟ ਕਰ ਦੇ ਸਕਦੇ ਨੇ ਕਿ ਆਈ ਐਮ ਇਨ ਕੰਟਰੋਲ, ਆਈ ਐਮ ਲੁਕਿੰਗ ਫॉर द ਬੈਸਟ ਇੰਟਰਸਟ ਆਫ ਦ ਕਾਂਗਰਸ। ਤੇ ਉਹ ਇਹ ਜਿਹੜੀ ਵੀ ਰਿਕਮੈਂਡੇਸ਼ਨ ਆਈ ਆ ਕਿ 2 ਸਾਲ ਲਈ ਇਹਨਾਂ ਨੂੰ ਬਰਖਾਸਤ ਕਰਤਾ ਜਾਵੇ, ਉਹ ਇਹਦੇ ਖਿਲਾਫ ਵੀ ਖੜੇ ਹੋ ਕੇ ਸੈਂਟਰਲ ਗਵਰਨਮੈਂਟ, ਸੈਂਟਰ 'ਚ ਜਿਹੜੀ ਉਹਨਾਂ ਦੀ ਗਵਰਨਮੈਂਟ ਕਹਿ ਰਹੇ ਸੌਰੀ ਹਾਈ ਕਮਾਨ ਹੈ ਜਿਹੜੀ ਉਹਨਾਂ ਦੀ, ਤੇ ਉਹੀ ਗਵਰਨਮੈਂਟ ਹੈ, ਹਾਈ ਕਮਾਨ ਨੂੰ ਜਾ ਕੇ ਕਹਿ ਸਕਦੇ ਨੇ ਕਿ ਬਈ ਹੀ ਇਜ਼ ਅ ਗੁੱਡ ਲੀਡਰ, ਹੀ ਇਜ਼ ਰਿਕੁਆਇਰਡ
वी शुड नॉट लूज हिम। तो मैं एक होर गल दसां कि इट कुड बी ਇਹ स्ट्रैटेजी वैसे भी डबल प्ले भी कर सकती है, क्योंकि कोई ਵੱਡੀ ਗੱਲ ਨਹੀਂ ਹੈ ਕਿ ਜਾਖੜ ਜੀ ਵੀ ਆਪਣੇ ਆਪ ਨੂੰ ਮਤਲਬ ਕਿ ਰਿਜ਼ਾਈਨ ਕਰਨਾ ਚਾਹੁੰਦੇ ਹੋਣ। ਹਜੇ ਜੇ ਤੁਸੀਂ ਉਹਨਾਂ ਨੂੰ ਕੱਢਦੇ ਹੋ, ਤੁਸੀਂ ਉਹਨਾਂ ਨੂੰ ਇੱਕ ਮੋਰਲ ਹਾਈ ਗਰਾਊਂਡ ਦਿੰਦੇ ਹੋ ਕਿ ਮੈਨੂੰ ਕੱਢਿਆ ਗਿਆ, ਹਾਲਾਂਕਿ ਮੈਂ ਪਾਰਟੀ ਦਾ ਹਮੇਸ਼ਾ ਭਲਾ ਸੋਚਿਆ। ਜੀ ਜੇ ਤੁਸੀਂ ਨਹੀਂ ਕੱਢੋਗੇ, ਉਹ ਭਾਵੇਂ ਆਪ ਛੱਡ ਦੇਣ, ਤੁਹਾਨੂੰ ਡੁਅਲ ਬੈਨੀਫਿਟ ਹੋ ਸਕਦਾ ਜਾਂ ਜੇ ਉਹ ਰਹਿਣਗੇ ਤਾਂ ਇੱਕ ਵਧੀਆ ਲੀਡਰ ਤੁਹਾਡੇ ਵੱਲ ਹੈ, ਉਹ ਕਾਂਗਰਸ ਦਾ ਲੀਡਰ ਰਹੇਗਾ, ਕਾਂਗਰਸ ਖਿਲਾਫ ਖੁੱਲ੍ਹ ਕੇ ਬੋਲ ਨਹੀਂ ਪਾਏਗਾ। ਤੇ ਜੇ ਉਹ ਆਪ ਛੱਡੇਗਾ ਤੇ ਕਾਂਗਰਸ ਦੀ ਹਾਈ ਕਮਾਂਡ ਦੀ ਮੈਗਨੈਨਿਮਿਟੀ ਦਿਸਦੀ ਹੈ, ਵੱਡਾ ਦਿਲ ਦਿਖਦਾ ਕਿ ਅਸੀਂ ਨਹੀਂ ਕੱਢਿਆ, ਉਹ ਆਪ ਹੀ ਛੱਡ ਕੇ ਗਏ ਨੇ। ਤੇ ਉਹ ਹੁਣ ਕਿਵੇਂ ਸਮਾਰਟਲੀ ਪਲੇ ਕਰਦੇ ਨੇ ਜਾਂ ਆਪਣੀ ਈਗੋ ਦੇ ਨਾਲ ਪਲੇ ਕਰਦੇ ਨੇ, ਇਹ टाइम ਦੱਸੇगा। सर, इसके साथ ही नेक्स्ट सेगमेंट की तरफ चलते हैं, नेशनल एंड इंटरनेशनल अपडेट्स। इंडिया एंड यूरोपियन यूनियन टू लॉन्च ट्रेड एंड टेक्नोलॉजिकल एडवांस, हाउ स्ट्रैटेजिक दिस कोऑर्डिनेशन मैकेनिज्म कैन बी टू टैकल ट्रेड चैलेंजेस? देखो, फॉर इंडिया यूरोपियन यूनियन कुड बी अ वेरी बिग मार्केट। Currently with USA and especially with European Union, China does a business of close to $1 trillion. India is nowhere near it. ਅੱਜ यूरोपियन यूनियन चाइना के खिलाफ भी बोल रही है, बिकॉज वो US के इंटरस्ट के खिलाफ है। ਹੁਣ ਉਹਨਾਂ ਦੀ ਸਪਲਾਈ ਚੇਨ ਵੀ ਅਫੈਕਟਡ ਹੈ, ਉੱਤੋਂ ਯੂਕਰੇਨ ਵਾਰ ਹੋ ਗਈ ਹੈ। ਦੇ ਆਰ ਲੁਕਿੰਗ ਐਟ ਚਾਈਨਾ +1 ਮਾਡਲ। ਇਹ ਐਸੋਸੀਏਸ਼ਨ ਕਲੀਨ એનર્ਜੀ ਤੋਂ ਇਲਾਵਾ ਇੰਡੀਆ ਦੇ ਵਿੱਚ ਇੰਪਲੋਇਮੈਂਟ ਜਨਰੇਟ ਕਰਨ ਲਈ ਇੱਕ ਸੁਪਰ ਓਪਰਚੁਨਿਟੀ ਹੈ। ਇੰਡੀਆ ਸ਼ੁੱਡ ਗ੍ਰੈਬ ਇਟ ਵਿਦ ਬੋਥ ਹੈਂਡਸ। यूरोपियन यूनियन ਨਾਲ क्लोजर टाइज होने चाहिए ने। दे आर अ मार्केट फॉर अस। ਅਸੀਂ ਉਹਨਾਂ ਦੀ ਵਿਜ਼ਨ ਨਾਲ ਐਗਰੀ ਕਰੀਏ ਨਾ ਕਰੀਏ, ਹਾਲਾਂਕਿ ਰਸ਼ੀਆ ਯੂਕਰੇਨ ਵਾਸ ਨਾਟ ਪਾਰਟ ਆਫ ਦੀ ਏਜੰਡਾ, ਬਟ ਸਮਹਾਓ ਯੂਰੋਪੀਅਨ ਯੂਨੀਅਨ ਆਲਵੇਜ਼ ਬ੍ਰਿੰਗਸ ਇਟ। ਬਟ ਇੰਡੀਆ ਦੀ ਇੰਡੀਪੈਂਡੈਂਟ ਪਾਲਿਸੀ ਹੈ, ਡਿਸਪਾਈਟ ਦੈਟ ਉਹ ਇੰਡੀਆ ਨਾਲ ਵਧੀਆ ਰਿਲੇਸ਼ਨ ਹੀ ਚਾਹੁੰਦੇ ਨੇ, ਕਿਉਂਕਿ ਇੰਡੀਆ ਦੇ ਵਿੱਚ ਵੀ ਇੱਕ ਉਹਨਾਂ ਨੂੰ ਇੱਕ ਓਪਰਚੁਨਿਟੀ ਨਜ਼ਰ ਆਉਂਦੀ ਹੈ। ਇੱਕ ਇੰਡੀਆ ਉਹਨਾਂ ਦਾ ਜੀਓਪੋਲੀਟੀਕਲ ਬੈਲੈਂਸ ਵੀ ਬਣਦਾ ਚਾਈਨਾ ਦੇ ਅਗੇਂਸਟ। ਸੈਕੰਡਲੀ ਇੰਡੀਆ ਨੂੰ ਵੀ ਇਹ ਵੇਖਣਾ ਚਾਹੀਦਾ ਕਿ ਜੋ ਮੈਨੂਫੈਕਚਰਿੰਗ ਜਿਹਦੇ ਵਿੱਚ ਉਹ ਕਾਫੀ ਇੰਪਲੋਇਮੈਂਟ ਜਨਰੇਟ ਕਰ ਸਕਦੇ ਨੇ, यूरोप ਸਾਡੇ ਲਈ ਇੱਕ बहुत ਵਧੀਆ हर प्रोडक्ट ਦੀ मार्केट बन सकती है। हम पंजाब की बात कर लेते हैं। पंजाब से वीट प्रोड्यूस होती है, राइट। हम बोल रहे थे गवर्नमेंट में वीट का परचेज इस बार कम हुआ है, बिकॉज काफ़ी फार्मर्स वीट को होल्ड करके भी बैठे हैं। उनको लगता है कि इंटरनेशनल मार्केट में जैसे प्राइस बढ़े, यहाँ पे भी प्राइस बढ़ेंगे। फेयर इनफ, उनका वो अपने लिए जो बेस्ट है उनके लिए वो करें। और अब यही हम प्रोसेस्ड प्रोडक्ट्स यूरोप को सप्लाई करें। हमारे फार्मर्स यहाँ के या पूरे इंडिया के, उनको अगर प्रोसेस चीज़ें दे पाएँ, हाई क्वालिटी चीज़ें दे पाएँ एज़ पर देयर स्टैंडर्ड्स, हमारे यहाँ पे भी खेती की क्वालिटी बढ़ेगी और हमारे किसानों की, हमारे और भी ट्रेडर्स जो उसमें इन्वॉल्व होंगे उनकी इनकम बढ़ेगी। और ये ऐसे सेक्टर्स हैं जहाँ पे एम्प्लॉयमेंट बहुत जनरेट होती है। सेकेंड पार्ट है टेक्नोलॉजी। अब सोलर अलायंस बनाया जाओ। सोलर अलायंस बेसिकली गोल ये है कि हम क्लीन एनर्जी डेवलप करें। अब R&D पे बहुत कॉस्ट होता है। यूरोपियन कंट्रीज़ के पास अच्छी रिसर्च फैसिलिटीज़ है, इंडिया के पास भी अच्छी साइंटिफिक नो हाउ है। अगर हम मिलकर रिसर्च करेंगे, एंड में तो सोलर एनर्जी इफेक्टिवली प्रोड्यूस करनी है ना, आपके खर्चे कम हो जाते हैं, आपको बेस्ट नो हाउ मिलती है। जैसे हम नॉलेज ट्रांसफ़र की बात करें तो इसमें भी नॉलेज ट्रांसफ़र होगी। अब इंडिया के पास सबसे बड़ी सोलर एनर्जी की अपॉर्चुनिटी, क्योंकि हमारे यहाँ पे 9 महीने तीखी धूप रहती है। वी हैव द मैक्सिमम पोटेंशियल टू यूज़ सोलर एनर्जी। तो अगर हम उनके साथ मिलकर R&D करके एफिशिएंट सोलर सेल्स, सोलर टेक्नोलॉजी जो उनके भी काम आएगी, उनकी रशियाज़ के ऊपर डिपेंडेंसी कम होगी, इंडिया की भी इंपोर्ट्स पे डिपेंडेंसी कम होगी और एक ग्रीनर एनवायरनमेंट बनेगा। तो ऐसे बहुत से एरियाज़ हैं। देन स्पेशली अब इंडिया में ऑटोमोटिव मैन्युफैक्चरिंग हो रही है, इलेक्ट्रॉनिक व्हीकल्स में हमारे जो ट्रांसपोर्ट मिनिस्टर हैं नितिन गडकरी जी, हैज़ गिवन वंडरफुल पॉलिसीज़। आज इसके थ्रू हम वहाँ के यूरोप के पूरे ट्रांसपोर्टेशन, पर्सनल ट्रांसपोर्टेशन सिस्टम में कंट्रीब्यूट कर सकते हैं। जर्मन और अदर टेक्नोलॉजी से, यूरोपियन यूनियन से हम अपने मास ट्रांसपोर्टेशन को इम्प्रूव कर सकते हैं। तो ऐसे बहुत सिनर्जीज़ बनती हैं और इंडिया को टारगेट डिफाइन ऑफ कोर्स किए भी हैं इस एसोसिएशन में। ये जो MOU हो रहा है कि हम कितना, हमारा जो ट्रेड है वो कितना बढ़ेगा, किस तरह से ग्रोथ हो सकती है। तो इंडिया को इस अपॉर्चुनिटी को बहुत सीरियसली लेना चाहिए। हमारे एंटरप्रेन्योर्स को हमें एंगेज करना चाहिए। गवर्नमेंट का ये रोल होना चाहिए कि इस अपॉर्चुनिटी के अंदर ये सेक्टर्स हमने आइडेंटिफाई किए हैं, उन एंटरप्रेन्योर्स को भी ट्रेनिंग के लिए वहाँ पे भेजा जाए, एसोसिएशंस की जाए और ज़्यादा से ज़्यादा जॉब अपॉर्चुनिटीज़ भारत के लोगों के लिए बने इसके अंदर। Sir, Elon Musk has reached an agreement to buy Twitter. So what is your take on this deal? It's look, I think it is very smart. हालांकि ऑन मस्क और सारे ये कह रहे हैं कि ज़्यादातर इस पे डिस्कशन क्या हो रही है कि क्या फ्री स्पीच और ज़्यादा फ्री हो जाएगी या रुक जाएगी। लोग सिर्फ डेंजर्स गिना रहे हैं। लोग ये बोल रहे हैं कि फ्री स्पीच, अगर जो इलॉन मस्क का व्यू है कि किसी को बिल्कुल ही नहीं रोकना चाहिए, तो जब आप किसी को बिल्कुल भी नहीं रोकोगे, उसकी कोई भी मॉनिटरिंग नहीं होगी, तो हेट स्पीच ज़्यादा बढ़ सकती है।
कुछ लोग ये कह रहे हैं कि ये प्राइवेट हो जाएगी तो ये फ्री स्पीच रहेगी नहीं। लोग इसको फ्री स्पीच के पर्सपेक्टिव से देख रहे हैं, पर वो ये भूल गए हैं कि ऑन मस्क इज अ जीनियस एंड ही इज द रिचेस्ट मैन ऑन द प्लैनेट। कोई $45 बिलियन क्यों खर्च कर रहा है? मेरे को ये लगता है अगर इसको थोड़ा सा डीपली सोचा जाए, इलॉन मस्क का मेन बिजनेस क्या है? टेस्ला कार्स। आपको पता है कि पर कार बेचने में, मैं अगर सिर्फ यूएस के नंबर्स आपको बता रहा हूं, हुंडई को अपनी एक कार बेचने पे ऑन एन एवरेज कितना मार्केटिंग कॉस्ट खर्च करना पड़ता है? $2,000, रफली 1.5 लाख रुपए आप मान के चलिए, क्लोज टू $2,000। और ऐसे और सारी कंपनीज हैं जिनका किसी का $1,500, $1,800, $1,000, $500, डिपेंडिंग ऑन द कार ब्रांड एंड इट्स वैल्यू। और टेस्ला को आपको पता कितना पैसा खर्च करना पड़ता है? $0। उसका रीज़न ये है कि इलॉन मस्क हैज़ सो मेनी फॉलोअर्स ऑन ट्विटर, ऑन अदर सोशल मीडिया प्लेटफॉर्म्स, वो फ्री में मार्केटिंग कर रहे हैं। अब एक और मैं सर्वे आपको एक नंबर बोलता हूँ। जब 2020 के इलेक्शंस होने थे उससे पहले डोनाल्ड ट्रंप को ये सोशल मीडिया, एक कैलकुलेशन हुई थी, रफली $2 बिलियन की फ्री पब्लिसिटी दे रहे थे, फ्री पब्लिसिटी ऑन सोशल मीडिया, क्योंकि वो न्यूज़ में रहते थे। और इलॉन मस्क, अगर ट्विटर ने कल को उनको ब्लॉक कर दिया किसी रीज़न से, तो उनका जो एक्सेस है लोगों पे, और जो टेस्ला की वो समहाउ हाइप क्रिएट कर पाते हैं, टेस्ला के नाम पे वो कैप्स निकाल दें, वो लिकर बॉटल्स निकाल दें, शैम्पेन निकाल दें, टेकीला निकाला था, हाथों हाथ बिकता है बिकॉज ऑफ हिज फॉलोअर्स। तो उनके हाथ में तो ये टूल है। सो ही माइट बी फीलिंग कि ये जो नई चेंजेस आ रही हैं, ये टूल उनके हाथ से ना निकल जाए। उनके जो फॉलोअर्स हैं उनको वो कंट्रोल कर सकते हैं और फ्री में मार्केटिंग अपनी कंपनी की कर रहे हैं, और उनके आने से ब्रांड वैल्यू तो वैसे ही बढ़ रही है। ये भी एक रीज़न हो सकता है जिसकी कोई डिस्कशन ज़्यादा नहीं कर रहा है। मेरे को लगता है कि ही इज़ अ बिजनेसमैन, ही कैन थिंक लाइक दैट। और उनको पता है कि जब उनके पास ट्विटर होगा, ऑटोमेटिकली उनकी ब्रांड वैल्यू से उसकी वैल्यू भी बढ़ेगी। सो ही कैन मेक इट, वो कह रहे हैं मैंने इसका ट्रू पोटेंशियल जो है ट्विटर का, क्योंकि बाकी सारे प्लेटफॉर्म्स की बहुत एक्सपोनेंशियल ग्रोथ हुई, ट्विटर समहाउ उतना ग्रो नहीं कर पाया। पर ट्विटर एक बहुत ही इंपॉर्टेंट टूल बन गया कि जो भी मैनकाइंड के इंपॉर्टेंट इश्यूज हैं इस पर डिस्कस होते हैं, हर पॉलिटिशियन इस पे, हर चीज़ इस पे इंपॉर्टेंट तरीके से डिस्कस होती है। तो इस टूल की पावर भी बहुत है जी। तो अगर मैं इलॉन मस्क के पर्सपेक्टिव से देखूं तो ही गेट्स अनदर वेरी पावरफुल टूल टू कंट्रोल थिंग्स अराउंड हिम। ही हैज़ अदर बिजनेसेस, वो अपने इंटरेस्ट को प्रोटेक्ट कर पाएंगे। तो ये पर्सपेक्टिव भी एक हो सकता है। इट इज़ जस्ट नॉट अबाउट free speech. Most of the time it is about economics. Smart deal. Yeah. सर, रशिया यूक्रेन वॉर पे आते हैं। रशियन फॉरेन मिनिस्टर वार्न्स ऑफ डेंजर ऑफ वर्ल्ड वॉर 3. Were they just pretending to negotiate? Look, the thing is that danger is very real and present. अब क्या है कि चाहे जितने भी रिमोट चांसेस हों थर्ड वर्ल्ड वॉर के, ये रिस्क अर्थ के लोग, हम ह्यूमंस अफोर्ड ही नहीं कर सकते। बिकॉज द काइंड ऑफ पावर, जो हर पावर, सुपर पावर के पास जो काइंड ऑफ हथियार हैं, जो उनके पास किलिंग पावर है, दैट इज़ अनइमेजिनेबल। और वॉर का कुछ नहीं पता होता वो कौन सी डायरेक्शन ले ले। सो इट इज़ वेरी वेरी इंपॉर्टेंट कि सीरियस नेगोशिएशन हो। उन्होंने यूएसए को ये भी बोला कि वो और हथियार ना भेजें, क्योंकि इसमें यूक्रेन का ज़्यादा नुकसान है जी। हथियार प्रॉब्लम सॉल्व नहीं करेंगे। इस वक्त नेगोशिएशन, दवाइयाँ, इंफ्रास्ट्रक्चर डेवलपमेंट, ये सारी चीज़ें ज़्यादा मैटर करती हैं टू टेक थिंग्स टूवर्ड्स पीस। तो एक बार सीज फायर की अनाउंसमेंट करवानी बहुत ज़रूरी है, रादर देन इनकरेजिंग यूक्रेन टू कैरी ऑन फाइटिंग। व्हाट विल दे गेट? मोर मिजरी। तो इसलिए बहुत ज़रूरी है कि हम इस चीज़ को डीपली देखें कि नेटो ने क्या रोल अभी तक प्ले किया है और बाकी रिस्पॉन्सिबल कंट्रीज़ को अब क्या रोल प्ले करना है। इंडिया और जैसी और रिस्पॉन्सिबल पावर्स की ये हक भी बनता है। आज उस वॉर के कारण हम भी अपने इकोनॉमिक ग्रोथ टारगेट्स को रीअसेस कर रहे हैं। हमने अपने लोगों को पॉवर्टी से बाहर लेके आना है, हम एनर्जी डिपेंडेंट हैं, तो हमारा राइट भी बनता है कि हम उनको नेगोशिएशन टेबल पे आने के लिए बोलें और नेटो को बोलें कि भाई आप हमें बोले जा रहे हो कि हम उसकी रशिया की निंदा करें, हम आपकी निंदा करते हैं कि आप लड़ाई कम करने की बजाय बढ़ा रहे हैं। तो मेरे को लगता है ये हमारा राइट है इस वक्त कि ये सीज फायर हो, क्योंकि ये सबसे ज़्यादा इम्पैक्ट गरीब देशों के गरीब लोगों पे आता है इसका सबसे पहले, जो वहाँ पे एक्सपोर्ट होते थे, जो इंडियन लोग जो रशिया में, यूक्रेन में, यूरोप में एक्सपोर्ट करते थे, वो दे ऑल आर वरीड राइट नाउ। उनके हज़ारों लाखों एम्प्लॉयज़ आर वरीड राइट नाउ। सो इट इज़ वेरी वेरी इंपॉर्टेंट कि हम ये सीज फायर में अब एक्टिव रोल प्ले करें। थैंक यू सो मच फॉर योर व्यूज सर। ऐसे ही इंपॉर्टेंट अपडेट्स और मीनिंगफुल इंसाइट्स के लिए जुड़े रहिए हमारे चैनल के साथ और अपनी राय ज़रूर दीजिए, हमें अपने सजेशन ज़रूर दीजिए कमेंट सेक्शन में। डो नॉट फॉरगेट टू सब्सक्राइब टू आवर चैनल एंड डाउनलोड आवर ऐप। धन्यवाद।